बंदा सिंह ने भी साढ़े भा दा वक्ती पाया आपने शेरा वांगू आंदा हमला बोलदा ते फिर किले च चल जांदा यही अही इत्थे कुत्तियां नू बस चूकदे ही रह जांदे आ तू भी कोई मुंहा कर मैं कला ही भौंकी जांदे तैनू किन्नू कही जांदिया मैं ते तेरे हाथ पीछे खड़ोता है पीछे खड़ोता है इधर कारस्तानी सारी होती हूँ और जरा फीम का गोला खा के ढाले नहीं ये जरा कमाल है ना ये बंदा सिंह दा ही बंदा सिंह दा कमाल ओए ओ किदा देख ओ इधर तेनू पता ना जंग चलन दी है आहो तो चलन दी है मन ले की मानना जंग के दौरान बंदा सिंह ने मेरा हो गया टक्करा हैं तो तेनू पता फिर मेरी दलेरी दा जुड़ी है ही नहीं शेर ते के खिलौना मौत ते के खिलौना बस फिर वो दलेरी का रखने से मैं खाना वीर दा कोला और अपने बादशाह को थोड़ी ओ 15 को हाथी दे बैठा कहीं जाऊं झगड़ा हाथी आगे आगे वो इधर पे आधी फौज इधर पे दोनों के मुंह खोल दो लाइनों में पूछे पड़े माशा जरा सारा कुछ इतना करना तो तू इतने हाथी दे झूठे लेने मेरा दे दे हम क्यों जेड़े हिसाब नाल बंदा सिंह फड़िया नहीं ना जान दिया मैनू नहीं लगता तेरा निकाह हो सिद्धि गल आ सारा दिन इत्थे सारी रात इत्थे निकाह किहड़े वेले कराऊं उनके पास इत्थे ही जाग के रोके रह जाऊं चुप कर मैनू लगदा झाड़ियां पिछे ना कोई अपनियां गल्लां सुन लिया क्या गल्लां सुन लिया ते होर बेटियां मैं क्या बड़ा दिल को तो बेटियां थोड़ी बहुत दलेरी बंदा सिंह वास्ते भी रहन दे जा तो जावी ना किते जावी ना
भैया ओए वो बंदा भगता होए ਉਹ ਤੈਨੂੰ ਨਾਲੇ ਪਤਾ ਨਹੀਂਗਾ ਉਹ ਜਿਹੜਾ ਬੰਦਾ ਬਹਾਦਰ ਆ ਨਾ ਉਹ ਮੈਂ ਤੇ ਸੁਣਿਆ ਹੀ ਉਹ ਕੋਈ ਵੀ ਰੂਪ ਧਾਰਨ ਕਰਕੇ ਆ ਸਕਦਾ ਆ ਉਹ ਬੜੀਆਂ ਸ਼ਕਤੀਆਂ ਹੀ ਹੋ ਸਕਦਾ ਉਹ ਕਿਤੇ ਬਿੱਲੀ ਦਾ ਰੂਪ ਧਾਰਨ ਹੀ ਕਰਕੇ ਆਇਆ ਹੋਵੇ ਉੱਥੇ ਰੁਕ ਮੈਂ ਵੇਖ ਕੇ ਆਉਣਾ ਸੱਚੀ ਬਿੱਲੀ ਉਹ ਬੰਦਾ ਬਹਾਦਰ ਥੋੜੀ ਉਹ ਸੱਚੀ ਬਿੱਲੀ ਬੇਫਿਕਰ ਹੋ ਜਾ ਬਿੱਲੀ ਹੋਰ ਮੈਂ ਗੱਲ ਸੁਣ ਕਿ ਬੇਵਕੂਫ ਕਿਹਨੂੰ ਬਣਾਉਣ ਡਿਆ ਕੀ ਕਹੀ ਜਾਂਦਿਆ ਆ ਤੇ ਤੂੰ ਸੋਚਦਾ ਨਾ ਕਿ ਮੈਨੂੰ ਬੇਵਕੂਫ ਬਣਾ ਲੇਗਾ ਬੰਦਾ ਸਿੰਘ ਦਾ ਰੂਪ ਧਾਰਨ ਕਰਕੇ ਹੈ ਉਹ ਕੀ ਕਹਿ ਗਿਆ ਜਦੀ ਕੀ ਜਾਂਦਾ ਖਾਲੀ ਆ ਤੂੰ ਜੋ ਕਰਨਾ ਹੁਣ ਮੇਰੇ ਯਾਰ ਦਾ ਰੂਪ ਧਾਰਨ ਆਪਣੇ ਕਰਕੇ ਬੰਦਾ ਸਿੰਘ ਨੇ ਬਣਾ ਲਿਆ ਤੈਨੂੰ ਮੋਟਾ ਨਾ ਮਿਲੂਗਾ ਉਹ ਤੈਨੂੰ ਸਿੱਖ ਅੰਦਰ ਬਿਮਾਰ ਪੈਣੇ ਅਜਾਏ ਹਾਲਾਤ ਪਹੁੰਚੇ ਸਿੱਖ ਭੁੱਖੇ ਬਾਲੇ ਕਦੀ ਆਪਣੇ ਪੱਟ ਦਾ ਮਾਸ ਚੀਰ ਕੇ ਖਾਂਦੇ ਤੇ ਕਦੇ ਘੋੜਿਆਂ ਦਾ ਮਾਸ ਖਾ ਕੇ ਆਪਣਾ ਗੁਜ਼ਾਰਾ ਕਰਦੇ ਅਜਾਏ ਹਾਲਾਤਾਂ ਚ ਪਹੁੰਚ ਕੇ ਖਾਲਸਾ ਚ ਕਈ ਪ੍ਰਕਾਰ ਦੇ ਮਤਭੇਦ ਪੈਦਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਖਾਲਸਾ ਜੀ ਹੁਣ ਤਾਂ ਗੜੀ ਦੇ ਅੰਦਰ ਸਾਰਾ ਦਾਣਾ ਪਾਣੀ ਵੀ ਮੁੱਕ ਚੁੱਕਾ ਤੇ ਗੋਲਾ ਬਰੂਦ ਵੀ ਖਤਮ ਹੁੰਦੇ ਆ ਚੁੱਕਾ ਤੇ ਹੁਣ ਸਾਨੂੰ ਤੁਸੀਂ ਦੱਸੋ ਕਿ ਅਸੀਂ ਇਸੇ ਤਰ੍ਹਾਂ ਕਿੰਨਾ ਚਿਰ ਗੜੀ ਦੇ ਅੰਦਰ ਰਹਿ ਸਕਦੇ ਹਾਂ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਪਰ ਵੱਡੇ ਜਥੇਦਾਰ ਦੀ ਸਹਿਮਤੀ ਲੈਣੀ ਬਹੁਤ ਜ਼ਰੂਰੀ ਆ ਤੇ ਚਲੋ ਆਪਾਂ ਵੱਡੇ ਜਥੇਦਾਰ ਕੋਲ ਚੱਲਦੇ ਆ ਉਹਨਾਂ ਕੋਲ ਸਹਿਮਤੀ ਲੈਣੀ ਆਓ ਚੱਲੀਏ ਚਲੋ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਖਾਲਸਾ ਜੀ ਕਿਵੇਂ ਆਉਣਾ ਹੋਇਆ? ਜਥੇਦਾਰ ਜੀ ਇਹਨਾਂ ਸਿੰਘਾਂ ਦਾ ਕਹਿਣਾ ਹੈ ਕਿ ਗੜੀ ਦੇ ਅੰਦਰ ਦਾਣਾ ਪੱਕਾ ਸਭ ਮੁੱਕ ਚੁੱਕਾ ਹੈ ਤੇ ਫਾਕੇ ਕੱਟਣ ਗਏ ਨੇ ਗੋਲੀ ਸਿੱਧਾ ਫਰੂਟ ਵੀ ਹੁੰਦੇ ਮੁੱਕਰ ਦੇ ਕਿਨਾਰੇ ਤੇ ਹੈ ਤੇ ਤੁਸੀਂ ਆਪ ਹੀ ਦੱਸੋ ਕਿ ਇਹਨਾਂ ਦਾ ਗੜੀ ਰਹਿਣਾ ਕਿੰਨਾ ਕੁ ਮੁਨਾਸਬ ਹੈ ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਭਾਈ ਫਿਰੋਜ਼ ਸਿੰਘ ਜੀ? ਆਪਾਂ ਨੂੰ ਗੜੀ ਛੱਡਣੀ ਚਾਹੀਦੀ ਹੈ। ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ। ਮੈਦਾਨ ਛੱਡ ਕੇ ਭੱਜਣਾ ਕਾਇਰਾਂ ਦਾ ਕੰਮ ਹੁੰਦਾ ਹੈ, ਬਹਾਦਰਾਂ ਦਾ ਨਹੀਂ। ਭੁੱਖੇ ਭਾਣੇ ਤੇ ਲੱਥੇ ਦੁਸ਼ਮਣ ਦੇ ਹੱਥੀ ਚੜਨ ਨਾਲੋਂ ਗੜੀ ਚ ਨਿਕਲ ਕੇ ਮੈਦਾਨੇ ਜੰਗ ਵਿੱਚ ਜੂਝ ਬਣਨਾ ਚੰਗਾ ਹੋਏਗਾ। ਅਜੇ ਗੜੀ ਛੱਡਣ ਦਾ ਸਹੀ ਮੌਕਾ ਨਹੀਂ ਹੈ ਖਾਲਸਾ ਜੀ। ਦੁਸ਼ਮਣ ਦੇ ਟਿੱਡੀ ਦਲ ਨੇ ਗੜੀ ਨੂੰ ਸਾਰੇ ਪਾਸੇ ਤੋਂ ਘੇਰ ਰੱਖਿਆ ਹੈ। ਸਹੀ ਮੌਕੇ ਦਾ ਇੰਤਜ਼ਾਰ ਕਰੋ ਤੇ ਗੜੀ ਦੇ ਅੰਦਰ ਡਟੇ ਰਹੋ। ਜਥੇਦਾਰ ਜੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਲੋਟ ਪੈਣ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਸਾਹਿਬ ਦੀ ਗੜੀ ਨੂੰ ਵੀ ਛੱਡ ਦਿੱਤਾ ਸੀ। ਅਸੀਂ ਇੰਨੇ ਜੋਗੇ ਕਦੋਂ ਹੋ ਗਏ ਖਾਲਸਾ ਜੀ ਕਿ ਗੁਰੂ ਸਾਹਿਬ ਦੀ ਬਰਾਬਰੀ ਕਰ ਸਕੀਏ? ਉਹ ਸਮਰੱਥ ਸਨ, ਉਹਨਾਂ ਨੇ 5 ਪਿਆਰਿਆਂ ਦਾ ਹੁਕਮ ਮੰਨ ਕੇ ਗੜੀ ਨੂੰ ਛੱਡਿਆ ਸੀ ਕਿਉਂਕਿ ਖਾਲਸੇ ਦੇ ਜੀਵਤ ਰਹਿਣ ਲਈ ਉਹਨਾਂ ਦਾ ਜੀਵਤ ਰਹਿਣਾ ਬਹੁਤ ਜ਼ਰੂਰੀ ਸੀ। ਤੇ ਸਾਡਾ ਕੀ ਹੈ? ਸਾਡੀਆਂ ਜਾਨਾਂ ਦਾ ਖਾਲਸੇ ਦੀ ਅਮਾਨਤ ਨੇ। ਜੇ ਵਾਰ ਵੀ ਦਿਆਂਗੇ ਤਾਂ ਕੋਈ ਫਰਕ ਨਹੀਂ ਪੈਣ ਲੱਗਾ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਖਾਲਸਾ ਜੀ, ਦੁਸ਼ਮਣ ਖਾਲਸੇ ਦੀ ਬਹਾਦਰੀ ਤੋਂ ਭੈ ਪੀਂਦਾ ਹੈ। ਉਹ ਕਦੇ ਵੀ ਗੜੀ ਅੰਦਰ ਵੜਨ ਦੀ ਜ਼ਰੂਰਤ ਨਹੀਂ ਕਰੇਗਾ। ਸਹੀ ਮੌਕੇ ਦਾ ਇੰਤਜ਼ਾਰ ਕਰੋ ਤੇ ਗੜੀ ਦੇ ਅੰਦਰ ਡਟੇ ਰਹੋ। ਜਥੇਦਾਰ ਜੀ
ਜੇ ਤੁਹਾਡਾ ਅਜਿਹਾ ਵਿਚਾਰ ਹੈ ਤੇ ਸਾਡਾ ਵੀ ਫੈਸਲਾ ਸੁਣ ਲਓ। ਅਸੀਂ ਭੁੱਖੇ ਪਾਣੇ ਤੇ ਨਿਹੱਥੇ ਦੁਸ਼ਮਣ ਦੇ ਹੱਥੀਂ ਚੜਨ ਨਾਲੋਂ ਮੈਦਾਨੇ ਜੰਗ ਚ ਜ਼ਰੂਰ ਵਰਨਾ ਚੰਗਾ ਸੁਣਨੇ ਗੜੀ ਚ ਨਿਕਲ ਕੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਤੁਹਾਡੇ ਜਥੇਦਾਰ ਹਾਂ ਤੇ ਇਸ ਮੁਸ਼ਕਲ ਘੜੀ 'ਚ ਤੁਹਾਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ। ਨਹੀਂ, ਤੁਹਾਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ। ਅਸੀਂ ਇੱਥੇ ਜਾ ਕੇ ਮਰਨਾ ਨਹੀਂ ਚਾਹੁੰਦੇ। ਅਸੀਂ ਤੁਹਾਡੀ ਗੱਲ ਮੰਨਣ ਨੂੰ ਤਿਆਰ ਨਹੀਂ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਸਾਨੂੰ ਤੁਹਾਡਾ ਜਥੇਦਾਰ ਥਾਪਿਆ ਹੈ। ਤੇ ਖਾਲਸਾ ਜੀ ਹੁਣ ਇਹ ਵੀ ਤਾਂ ਨਹੀਂ ਹੋ ਸਕਦਾ ਕਿ ਅਸੀਂ ਭੁੱਖੇ ਭਾਣੇ ਤੇ ਨਿਹੱਥੇ ਸਿੰਘਾਂ ਨੂੰ ਮੌਤ ਦੇ ਮੂੰਹ ਵਿੱਚ ਸੱਟ ਦਈਏ। ਮੌਤ ਦਾ ਮੂੰਹ ਨਹੀਂ ਹੈ ਜਥੇਦਾਰ ਜੀ, ਇਹ ਜਿੰਨੇ ਵੀ ਸਿੰਘ ਨੇ ਜਿਸ ਤਰ੍ਹਾਂ ਇਹ ਅੱਜ ਤੱਕ ਘੜੀ ਦੇ ਵਿੱਚ ਜਾਨਵਰ ਖਾ ਕੇ ਤੇ ਬਿਮਾਰੀਆਂ ਲਾ ਕੇ ਤੇ ਤੜਫ ਤੜਫ ਕੇ ਤੁਹਾਡੇ ਸਾਹਮਣੇ ਜ਼ਖਮੀ ਹਾਲਤ ਵਿੱਚ ਪਏ ਨੇ, ਕੀ ਘੜੀ 'ਚ ਰਹਿਣਾ ਇਹਨਾਂ ਵਾਸਤੇ ਸਹੀ ਕਾਬਲ ਆ? ਭੁੱਖ ਕੋਈ ਮੈਨੂੰ ਨਹੀਂ ਰੱਖਦੀ, ਮੈਨੇ ਰੱਖਦੀ ਹੈ ਕੋਈ ਬੰਨ ਨਹੀਂ ਆਪਣੀ ਕੌਮ ਲਈ ਤੇ ਝੂਠ ਮਾਰਨਾ ਖਾਲਸੇ ਦਾ ਕੰਮ ਹੈ। ਭੁੱਖ ਦੇ ਦਾ ਵਾਸਤਾ ਨਾ ਦਿਓ ਸਿੰਘ ਜੀ ਤੇ ਘੜੀ ਦੇ ਅੰਦਰ ਟਕੇ ਰਹੋ। ਸਿੰਘਾਂ ਦੀਆਂ ਜਿਹੜੀਆਂ ਮਜਬੂਰੀਆਂ ਨੂੰ ਤੁਹਾਨੂੰ ਸੁਣਨੀ ਚਾਹੀਦੀਆਂ। ਸਾਨੂੰ ਸਾਡਾ ਹੁਕਮ ਮੰਨਣਾ ਚਾਹੀਦਾ ਹੈ। ਤੁਹਾਨੂੰ ਸਾਡੇ ਫੈਸਲੇ ਤੇ ਸਾਡੇ ਸਹਿਮਤੀ ਨਾਲ ਤੁਹਾਨੂੰ ਨਾ ਚੱਲਣਾ ਪਊਗਾ। ਇਹ ਸਾਡਾ ਫੈਸਲਾ ਹੈ ਕਿ ਘੜੀ ਦੇ ਅੰਦਰ ਟਕੇ ਰਹਿਣਾ ਹੋਵੇਗਾ। ਅਸੀਂ ਕਦੀ ਛੱਡਣਾ ਚਾਹੁੰਦੇ ਹਾਂ। ਅਸੀਂ ਮਰਨਾ ਨਹੀਂ ਚਾਹੁੰਦੇ। ਅਸੀਂ ਘੜੀ 'ਚ ਨਹੀਂ ਰਹਿਣਾ ਚਾਹੁੰਦੇ। ਅਸੀਂ ਘੜੀ ਨਹੀਂ ਛੱਡਣਾ ਚਾਹੁੰਦੇ। ਅਸੀਂ ਕਦੀ ਛੱਡਾਂਗੇ। ਠੀਕ ਹੈ, ਹੋ ਚੁੱਕਾ ਫੈਸਲਾ। 8 ਮਹੀਨਿਆਂ ਦੀ ਸਖਤ ਘੇਰਾਬੰਦੀ ਤੋਂ ਬਾਅਦ ਮੁਗਲ ਫੌਜਾਂ ਗੜੀ ਤੇ ਕਬਜ਼ਾ ਕਰ ਕਾਮਯਾਬ। ਬਾਬਾ ਬੰਦਾ ਸਿੰਘ ਬਹਾਦਰ, ਬਾਜ ਸਿੰਘ ਤਿਆਰੀ ਸਿੰਘ ਦੇ ਜਥੇਦਾਰ, 740 ਭੁੱਖੇ ਪਾਣੇ ਸਿੰਘਾਂ ਮੁਗਲਾਂ ਦੇ ਕੰਮ ਜਿੱਥੋਂ ਇਹਨਾਂ ਨੂੰ ਪਹਿਲਾਂ ਲਾਹੌਰ ਲਿਜਾਇਆ ਜਾਂਦਾ ਤੇ ਫਿਰ ਸੂਬੇਦਾਰ ਅਬਦੁਲ ਸਮਦ ਖਾਨ ਤੇ ਚੱਕਰੀਆ ਖਾਨ ਦੇ ਕਹਿਣ ਤੇ ਇਹਨਾਂ ਨੂੰ ਦਿੱਲੀ ਪਹੁੰਚਾਇਆ ਜਾਂਦਾ। ਸਿੰਘਾਂ ਸਰਦਾਰਾਂ ਨੂੰ ਪਿੰਜਰਿਆਂ ਵਿੱਚ ਬੰਦ ਕਰਕੇ ਸਿੰਘ ਸਿਪਾਹੀਆਂ ਨੂੰ ਗਧਿਆਂ ਤੇ ਲੱਦ ਕੇ ਜਲੂਸ ਦੀ ਸ਼ਕਲ ਵਿੱਚ ਸਿੰਘਾਂ ਦੇ ਸਿਰਾਂ ਦੇ 200 ਗੱਡੇ ਭਰ ਕੇ ਦਿੱਲੀ ਪਹੁੰਚਾਇਆ ਜਾਂਦਾ। ਦਿੱਲੀ ਪਹੁੰਚ ਕੇ ਜਥੇਦਾਰਾਂ ਨੂੰ ਕਿਲੇ ਵਿੱਚ ਬੰਦ ਕਰ ਦਿੱਤਾ ਜਾਂਦਾ ਤੇ ਬਾਕੀ ਭਾਈ ਦੇ 740 ਸਿੱਖਾਂ ਵਿੱਚੋਂ ਹਰ ਰੋਜ਼ 100 ਸਿੱਖ ਨੂੰ ਸ਼ਰੇਆਮ ਕਤਲ ਕਰਨ ਦਾ ਐਲਾਨ ਕਰ ਦਿੱਤਾ ਜਾਂਦਾ। बाकी सिख बाकी सिखो ओ सिखो मौत आ गई है, मौत आ गई है। साढ़े साहब आने दे हैं महाराज। मौत आ गई, मौत आ गई। गाजी साहब, बाकी सिख आ गए ने। गाजी साहब, ਇਹਨਾਂ ਵਿੱਚੋਂ ਜਿਹੜਾ ਸਿੰਘ ਸਾਡਾ ਇਸਲਾਮ ਕਬੂਲ ਕਰਦਾ ਉਸ ਦੀ ਜਾਨ ਬਖਸ਼ ਦਿੱਤੀ ਜਾਏ। ਹਾਂਜੀ इस्लाम कबूल है। ओए आगे आ इस्लाम कबूल है। ਕਬੂਲ ਆ। कबूल हजूर 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 खुशखबरी वो सिख ने इस्लाम कबूल कर लिया। मैंने सिक्खी कबूल आ। लाहौर वाला कुवत। क्यों मौत में आदम आता क्या है? सिक्की कबूल है। हाँ मैंने सिक्खी कबूल आ। चल बे हजूर मौत क्यों आदम में मौत है। छेती।
इस्लाम ਕਾਜੀ ਸਾਹਿਬ ਇਹਨਾਂ ਦੇ ਤਰਲੇ ਕੱਢਣ ਦੀ ਲੋੜ ਨਹੀਂ ਛੇਤੀ ਪੁੱਛੋ ਇਹਨੂੰ ਕਿ ਇਸਲਾਮ ਕਬੂਲ ਹੈ हाँ भाई इस्लाम कबूल है नहीं हजूर हजूर कह रहे नहीं ਫੌਰਨ ਇਹਦਾ ਸਾਰੇ ਦੇ ਤਾਣਾ ਨੂੰ ਲੱਗ ਕਰਕੇ ਸਾਜ बिल्कुल हजूर बिल्कुल चलो एक को आजाद कर देता जाए ऐसे कि नहीं मुसलमान है सिखा ने इसको जबरदस्ती अपनी कौम में लाया थे जी हजूर बादशाह सलामत का हुक्म है कि ये जबरदस्ती सिखा के नाम मिल गया इसका माफी ना हजूर इसको खुशखबरी सुना दे देख देख अल्लाह कितना मेहरबान है वो कितना मेहरबान है वो तो वापस के चले आता चल मेहरबान है चला पुत्र मैं तेरी मां मैं तेरे लाने चला आ मेरे नाल आजा आ पुत्र शर्त अपने बुढ़िए तू मेरी मां नहीं हो सकती हजूर हजूर झूठ बोलता गया ओए झूठ बोलता मैं पुत्र ये तो की कह रहे ये तो की कह रहे पुत्र मैंने नहीं पहचानता ओए अपनी मां नहीं पहचानता अपनी मां नहीं पहचानता तेरे प्यो ने जान तो बाद लोगों की झूठ खा खा के मैं तेनू हेटा कीता कितने जफर जान के तेनू भालिया पुत्र आज तो मैंने नहीं पहचानता अपने विधवा मां ने तरस खा हाय विधवा कितना अल्लाह पाक की मेहरबानी कि बादशाह ने इस विधवा की दुआ कबूल की थी कि तेरी रिहाई का ऐलान किया चल बसी बसी का पकड़ लेना शर्त अपने बुढ़िए तू मेरी मां किदा हो सकती है जो औरत मिनू मेरी जान बचा ली सिक्की शक्ल ली गए और मेरी मां हर किसी हो सकती काजी साहब जल्दी करो मेरा सिर कलम बिल्कुल मैनू मेरे धर्म भरावां नाल मिलन दा मौका दिओ बिल्कुल वाहेगुरू जी का खालसा वाहेगुरू जी की फतेह बख्तियार काकी की दरगाह दे कोल बादशाह दे हजूर पेश किया आखिर बाबा बंदा सिंह बहादुर को खुशिये दे के शहीद कर दिया ए मेरी जिंदगी च केहो जिहा दिन दिखाया तू मैनू इन्ना जुल्म इन्ना पाप किए तेरे ही बनाए हुए बंदे ने जेड़े धर्म दे पीछे एक दूसरे दे जान दे दुश्मन ने बशीरिया तू देखिया कितना सिखा दा कतलेआम हो रहा है सिखा दे किन्ने जुल्म ढाए जा रहे ने हां वीरिया मैं अपनी अखीं देखे वीरिया इन्ना सिंघां दे बहादुरी दे किस्से तां मैं सुने ही सी पर अज अखीं भी देख गई इन्ना सिंघां नूं मौत तो भोला भी डर नहीं लगदा पता नहीं किस मिट्टी दे बने आ ये कहना शिविया इन्हां दे गुरु ने इन्हां दे अंदर एक ऐसी शक्ति होती है ये किसे कोलों नहीं लगती हां वीरिया वेख्या सी ओ बाद सिंह तैनूं याद है जदों बादशाह ने पूछया कि बाद सिंह कौन है ताके हो के बोलिया मैं आ बाद सिंह मैं ते फिर जदों बादशाह ने ओदी आदरी के कर लई मैं तो ने बेड़ियां च बंदे ने सबके ते खड़े दो तीन सिपाही उथे ही मरोड़ के सुट ते जे करो छेती तो छेती मौत के काट ना उतारिया जांदा पता नहीं और किन्ने नु मैं तू देखिया बशीरिया इन्हां दा सरदार बंदा सिंह बहादुर हां अब्बा जान था मेरे अब्बा जान भी लागे सन वीरे मैं तेनू दस नहीं सकता अखां मेरियां बयान नहीं कर सकती जिस बहादुर नालों ने अपनी मौत को कबूलिया ना वो तो अपने आप च एक मिसाल है
ਪਰ ਉਹ ਰੱਬ ਦਾ ਬੰਦਾ ਅਡੋਲ ਰਿਹਾ। ਧਰਮ ਬਦਲਣ ਲਈ ਉਹਨੇ ਹਾਂ ਨਹੀਂ ਕੀਤੀ। ਸ਼ੀਰਿਆ, ਇਹਨਾਂ ਲੋਕਾਂ ਦਾ ਆਪਣੇ ਧਰਮ 'ਚ ਬੜਾ ਪੱਕਾ ਵਿਸ਼ਵਾਸ ਹੈ। ਇਹ ਹਕੂਮਤ ਵਿਰੁੱਧ ਜੰਗ ਨੂੰ ਧਰਮ ਯੋਧਾ ਨਾਮ ਦਿੰਦੇ ਨੇ ਤੇ ਆਪਣੇ ਧਰਮ ਲਈ ਹੱਸ ਕੇ ਸ਼ਹੀਦੀਆਂ ਦੇ ਦਿੰਦੇ ਨੇ। ਬਸ਼ੀਰਿਆ, ਹੱਸ ਕੇ ਸ਼ਹੀਦੀਆਂ ਦੇ ਦਿੰਦੇ ਨੇ। ਜਿੱਥੇ ਜਦੋਂ ਸ਼ਾਹੀ ਖਾਨ ਉਹਦੀਆਂ ਦੋਨੋਂ ਅੱਖਾਂ ਕੱਟੀਆਂ, ਖੁਦਾ ਜਾਣਦਾ ਲਹੂ ਦੀਆਂ ਤਸੀਰੀਆਂ ਵੱਧ ਤੁਰੀਆਂ ਵੀਰਿਆ, ਲਹੂ ਦੀਆਂ ਤਸੀਰੀਆਂ ਬਾਹਾਂ ਨੂੰ ਕੱਟ ਦਿੱਤਾ ਗਿਆ, ਲੱਤਾਂ ਵੀ ਵੱਢ ਕੇ ਵੱਖਰੀਆਂ ਕਰ ਛੱਡੀਆਂ। ਪਰ ਉਸ ਖੁਦਾ ਦੇ ਬੰਦੇ ਦੇ ਮੂੰਹੋਂ ਸੀ ਤੱਕ ਬਸ ਇਹੀ ਉਚਰਦਾ ਰਿਹਾ, ਸਿਰ ਜਾਏ ਤਾਂ ਜਾਏ ਪਰ ਮੇਰਾ ਸਿੱਖੀ ਸਿੱਧਕ ਨਾ ਜਾਏ। ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ। ਮੌਤ ਆਵੇ ਤਾਂ ਆਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ। ठीक कहना है बशीरिया, ऐसे लोग दुनिया च बहुत घट पैदा होते हैं जो अपनी जान का हाथ दिंदे ने पर अपने धर्म ਲਈ कुर्बानी दे दिंदे ने पर कदे भी किसी ਦੀ ईन नहीं मानते। ਅੱਬਾ ਜਾਨ, ਪਤਾ ਨਹੀਂ ਇਹਨਾਂ ਨੂੰ ਗੁਰੂ ਇਹਨਾਂ ਨੂੰ ਕਿਹੜੀ ਚੀਜ਼ ਬੁਲਾਉਂਦਾ ਜਿਹਨੂੰ ਪੀਂਦੇ ਜਾਂ ਸ਼ੇਰ ਬਣ ਜਾਂਦੇ ਆ ਤੇ ਫਿਰ ਮੌਤ ਨੂੰ ਖੁੱਲਾ ਕਰਦੇ ਆ। ਬਸ ਜਿੱਥੋਂ ਤੱਕ ਮੈਂ ਜਾਣਦਾ ਬਸ਼ੀਰਿਆ, ਇਹਨਾਂ ਦਾ ਗੁਰੂ ਇਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦਾ ਹੈ ਜਿਹਨੂੰ ਪੀ ਕੇ ਇਹ ਸ਼ੇਰ ਦਾ ਰੂਪ ਧਾਰਨ ਕਰ ਦਿੰਦੇ ਨੇ ਤੇ ਮੈਦਾਨੇ ਜੰਗ ਵਿੱਚ ਇਹਨਾਂ ਦੀ ਬਹਾਦਰੀ ਦੇ ਕੱਲਾ ਸਿੱਖ ਸਵਾ ਲੱਖ ਦੇ ਭਾਰੀ ਪੈਂਦਾ ਹੈ। ਪਰ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਆਪਣੇ ਸਵਾਸ ਛੱਡਣ ਵੇਲੇ ਕਿਹਾ ਸੀ ਕਿ ਅੱਜ ਤੋਂ ਬਾਅਦ ਦੇਹਧਾਰੀ ਗੁਰੂ ਦੀ ਪਰੰਪਰਾ ਖਤਮ ਹੋਈ ਤੇ ਅੱਜ ਤੋਂ ਬਾਅਦ ਸਮੁੱਚੇ ਖਾਲਸੇ ਦਾ ਗੁਰੂ ਗ੍ਰੰਥ ਸਾਹਿਬ ਹੋਣਾ। ਇਹਨਾਂ ਦਾ ਇੱਕ ਅੰਮ੍ਰਿਤਸਰ ਦੇ ਵਿੱਚ ਸਰੋਵਰ ਹੈ, ਉੱਥੇ ਇੱਕ ਮੰਦਰ ਸਥਾਪਿਤ ਕੀਤਾ ਹੋਇਆ ਤੇ ਉਸ ਸਰੋਵਰ ਵਿੱਚ ਇਸ਼ਨਾਨ ਕਰਕੇ ਇਹ ਆਪਣੇ ਆਪ ਨੂੰ ਮੌਤ ਦੇ ਬੰਧਨ ਤੋਂ ਮੁਕਤ ਸੀ। ਧੰਨ ਇਹਨਾਂ ਦੀ ਸਿੱਖੀ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਬਾਬਾ ਬੰਦਾ ਸਿੰਘ ਬਹਾਦਰ, ऐसे महान सूरवीर दुनिया में बड़े बिरले पैदा होते हैं। कुर्बानी का फरमान है, पुरजा